ਜਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ। ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਨਿਹਚਲ ਰਾਜ ਕਮਾਓ। ਤੁਮ ਘਰ ਆਵਹੁ ਮੇਰੇ ਮੀਤ। ਤੁਮਰੇ ਦੋਖੀ ਹਰ ਆਪ ਨਿਵਾਰੇ। ਆਪਦਾ ਭਈ ਬੇਤੀਤ ਰਹਾਉ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਜਨ ਥਾਕੇ। ਘਰ ਮੰਗਲ ਵਾਜਹਿ ਨਿਤ ਵਾਜੇ। ਆਪਣੇ ਖਸਮ ਨਿਵਾਜੇ। ਅਸਥਿਰ ਰਹੋ ਡੋਲਹੁ ਮਤ ਕਬਹੂ। ਗੁਰ ਕੈ ਬਚਨ ਆਧਾਰ। ਜੈ ਜੈਕਾਰ ਸਗਲ ਭੂ ਮੰਡਲ। ਮੁਖ ਊਜਲ ਦਰਬਾਰ। ਜਿਨ ਕੇ ਜੀਅ ਤਿਨਹਿ ਫੇਰੇ। ਆਪੇ ਭਇਆ ਸਹਾਈ। ਅਚਰਜ ਕੀਆ ਕਰਨੈ ਹਾਰੈ। ਨਾਨਕ ਸੱਚ ਵਡਿਆਈ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਵੱਲੋਂ ਫਤਿਹ ਦੀ ਆਵਾਜ਼ ਨਹੀਂ ਆਈ, ਇਸ ਕਰਕੇ ਸ਼ਬਦ ਦੇ ਸਤਿਕਾਰ ਵਿੱਚ ਸ਼ੀਸ਼ ਝੁਕਾਉਂਦਿਆਂ ਹੋਇਆ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦੀ ਤਾਜ਼ਗੀ
ਤੇ ਸ਼ਬਦ ਨਾਲ ਭਿੱਜਿਆ ਹੋਇਆ ਮਨ ਇਹ ਰਾਜ ਦੇ ਤਖਤ ਦਾ ਵੀ ਉਹੋ ਜਿਹਾ ਸੁੱਖ ਨਹੀਂ ਹੁੰਦਾ ਜਿਹੋ ਜਿਹਾ ਸੁੱਖ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਰੇ ਵੇਲਿਆਂ ਵਿੱਚੋਂ ਅੰਮ੍ਰਿਤ ਵੇਲਾ ਬੜਾ ਚੰਗਾ ਹੈ ਤੇ ਅੰਮ੍ਰਿਤ ਵੇਲਾ ਇਹਦੇ ਵੀ ਵਿਦਵਾਨਾਂ ਨੇ ਬੜੇ ਪ੍ਰਕਰਨ ਕਹੇ ਹੈ। ਸਰੀਰ ਦਾ ਅੰਮ੍ਰਿਤ ਵੇਲਾ ਬਚਪਨ ਹੁੰਦਾ ਹੈ। ਸਰੀਰ ਦਾ ਅੰਮ੍ਰਿਤ ਵੇਲਾ ਬਿਰਧ ਅਵਸਥਾ ਵੀ ਹੁੰਦੀ ਹੈ, ਕਿਉਂਕਿ ਬਾਅਦ ਵਿੱਚ ਦਿਨ ਚੜ੍ਹਨਾ ਹੁੰਦਾ ਨਾ। ਤੋ ਪ੍ਰਕਰਨ ਹੈ ਤੇ ਪ੍ਰਕਰਨ ਮੁਤਾਬਕ ਅਸਲ ਵਿੱਚ ਆਪਣੇ ਮਨ ਨੂੰ ਜਗਾਉਣਾ ਹੁੰਦਾ ਹੈ। ਜਾਗਿਆ ਹੋਇਆ ਮਨ ਸੁਖੀ ਹੁੰਦਾ ਹੈ। ਜਿਵੇਂ ਸੁਪਨੇ ਵਿੱਚ ਕੋਈ ਸ਼ੇਰ ਵੇਖਦਾ ਹੈ ਤੇ ਕਿੰਨਾ ਡਰਿਆ ਹੁੰਦਾ ਤੇ ਭਰਮ ਕਰਕੇ ਜੀਵ ਡਰਦਾ ਹੈ। ਇਹ ਅਵਿਦਿਆ ਰੂਪੀ ਨੀਂਦ ਹੈ ਤੇ ਭਰਮ ਰੂਪੀ ਸੁਪਨਾ ਹੈ। ਜਾਗਣਾ ਕੀ ਹੈ? ਗੁਰੂ ਜੀ ਦੇ ਸ਼ਬਦ ਦਾ ਪਿਆਰ। ਜਦੋਂ ਸੁੱਤਾ ਪਿਆ ਮਨ ਜਾਗ ਪੈਂਦਾ ਤੇ ਫਿਰ ਸੁਪਨਾ ਟੁੱਟ ਜਾਂਦਾ, ਅਵਿਦਿਆ ਰੂਪੀ ਨੀਂਦ ਹਟ ਜਾਂਦੀ ਹੈ ਤੇ ਭਰਮ ਰੂਪੀ ਸੁਪਨਾ ਖਤਮ ਹੋ ਜਾਂਦਾ ਹੈ। ਅਗਿਆਨ ਰੂਪੀ ਸ਼ੇਰ ਜਿਹੜਾ ਡਰਾ ਰਿਹਾ ਸੀ ਉਹ ਭੱਜ ਹੀ ਜਾਂਦਾ, ਕਿਉਂਕਿ ਸੁਪਨੇ ਦਾ ਸ਼ੇਰ ਤਾਂ ਸੁਪਨੇ 'ਚ ਹੀ ਡਰਾਉਂਦਾ ਨਾ। ਆਪਾਂ ਜਾਗਦੇ ਨਹੀਂ, ਇਸ ਕਰਕੇ ਫਿਰ ਡਰ ਜਾਂਦੇ ਹਾਂ। ਜਿਨ੍ਹਾਂ ਦੇ ਮਨ ਜਾਗ ਪੈਂਦੇ ਹੈ ਅੰਮ੍ਰਿਤ ਵੇਲੇ ਦੀ ਤਾਜ਼ਗੀ ਵਿੱਚ, ਸ਼ਬਦ ਦੀ ਪ੍ਰੀਤ ਵਿੱਚ, ਧੰਨ ਹਨ ਉਹ ਗੁਰਮੁਖ ਜਿਹੜੇ ਨਾਮ ਰਸ ਦਾ ਲਾਹਾ ਲੈਂਦੇ ਹੈ। ਇਸ ਨਾਮ ਰਸ ਦੀ ਮਹਿਮਾ ਨੂੰ ਆਪਣੇ ਮਨ ਵਿੱਚ ਪ੍ਰਗਟ ਕਰਨ ਵਾਸਤੇ ਹੀ ਇਹ ਗੁਰਮਤਿ ਕੈਂਪ ਲਾਏ ਜਾਂਦੇ ਹੈ ਕਿ ਰੋਜ਼ ਰੋਜ਼ ਜੋ ਕੁਝ ਅਸੀਂ ਵੇਖਦੇ ਹਾਂ, ਜਿਸ ਵਰਤਾਰੇ ਵਿੱਚ ਆਪਾਂ ਵਰਤਦੇ ਹਾਂ, ਸਾਡੇ ਉੱਤੇ ਪਦਾਰਥਾਂ ਦਾ ਬੋਝ ਪਈ ਜਾਂਦਾ ਹੈ। ਕੋਈ ਨਾ ਕੋਈ ਈਰਖਾ ਦੀ ਗੱਲ, ਕੋਈ ਨਾ ਕੋਈ ਵੈਰ ਦਵੈਸ਼, ਉਹਦਾ ਬੋਝ ਬੜਾ ਪੈ ਜਾਂਦਾ ਹੈ। ਆਖਿਰਕਾਰ ਮਨ ਡੋਲ ਜਾਂਦਾ ਹੈ। ਸੰਸਾਰ ਦੇ ਵਿੱਚ ਲੱਗਿਆ ਹੋਇਆ ਵੈਰ ਵੀ ਕਰਨ ਲੱਗ ਜਾਂਦਾ ਹੈ, ਰਾਗ ਪ੍ਰੇਮ ਵੀ ਕਰਨ ਲੱਗ ਜਾਂਦਾ ਹੈ। ਜਦੋਂ ਕਿ ਸੰਸਾਰ ਨਾਲ ਪ੍ਰੇਮ ਵੀ ਝੂਠਾ ਹੈ ਤੇ ਸੰਸਾਰ ਦੇ ਨਾਲ ਦਵੈਸ਼ ਵੀ ਝੂਠੀ ਹੈ। ਮਨ ਫਿਰ ਦੁੱਖ ਦੇ ਭਾਵ ਵਿੱਚ ਚਲਿਆ ਜਾਂਦਾ ਹੈ। ਸਤਸੰਗਤ ਗੁਰਸਿੱਖ ਰੋਜ਼ ਕਰਦੇ ਆ। ਇਹ ਕੈਂਪ ਤਾਂ ਲਾਏ ਜਾਂਦੇ ਆ, ਤੁਸੀਂ ਛੋਟੇ ਹੋ, ਨੌਜਵਾਨ ਹੋ, ਤੁਹਾਡੇ ਅੰਦਰ ਚਾਹ ਪੈਦਾ ਹੋਵੇ ਕਿ ਸੱਚੀ ਮੁੱਚੀ ਆਸਾ ਜੀ ਦੀ ਵਾਰ ਕਿਵੇਂ ਸਾਡੇ ਸੁੱਤੇ ਪਏ ਮਨ ਨੂੰ ਜਗਾਉਂਦੀ ਹੈ। ਮਹਾਰਾਜ ਕਰਨੀ ਦਾ ਫਲ ਵੀ ਦੱਸ ਦਿੰਦੇ ਹੈ, ਪੂਰੇ ਗੁਰੂ ਜੀ ਦੀ ਬਖਸ਼ਿਸ਼ ਵੀ ਦੱਸਦੇ ਹੈ। ਜਿੱਥੇ ਮਹਾਰਾਜ ਦੀ ਬਖਸ਼ਿਸ਼ ਵਰਦੀ ਹੈ ਉਹ ਸਤਸੰਗਤ ਦਰਬਾਰ ਬੜਾ ਅਦੁੱਤੀ ਹੈ, ਬੜਾ ਵਡਮੁੱਲਾ ਹੈ। ਇਹਨਾਂ ਸਮਾਗਮਾਂ ਨਾਲ ਸਾਨੂੰ ਪਤਾ ਲੱਗਦਾ ਹੈ ਰੋਜ਼ ਦੀ ਜ਼ਿੰਦਗੀ, ਉਹਦੇ ਵਿੱਚ ਸਤਸੰਗਤ ਦਾ ਪਿਆਰ ਜੋੜਨਾ, ਰੋਜ਼ ਸਤਸੰਗਤ ਕਰਨੀ, ਮਨ ਦਾ ਆਲਸ ਸਰੀਰ ਤੇ ਆ ਪੈਂਦਾ ਏ, ਸਰੀਰ ਵਿੱਚ ਇਕਾਗਰਤਾ ਨਹੀਂ ਰਹਿਣ ਦਿੰਦਾ। ਇਹ ਆਲਸ ਸ਼ਬਦ ਦੇ ਪ੍ਰੇਮ ਨਾਲ ਨਾਸ਼ ਹੋ ਜਾਂਦਾ ਹੈ।
ਇਹ ਪਵਿੱਤਰ ਦਿਹਾੜੇ ਸੂਰਬੀਰਾਂ ਦੀ ਪਵਿੱਤਰ ਯਾਦ, ਜਿਨ੍ਹਾਂ ਨੇ ਇਸ ਨਾਸ਼ਵੰਤ ਸੰਸਾਰ ਦੇ ਅੰਦਰ ਸਭ ਤੋਂ ਵੱਡਾ ਲਾਹਾ ਖੱਟਿਆ। ਗੁਰੂ ਦੇਵ ਦੀ ਆਗਿਆ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਤੇ ਧਰਮ ਯੁੱਧ ਵਿੱਚ ਸ਼ਹਾਦਤ ਕਿੱਡੀ ਵਡਮੁੱਲੀ ਦਾਤ ਹੈ। ਕਹੇ ਜਿਹਾ ਅਲੌਕਿਕ ਨਜ਼ਾਰਾ ਚਮਕੌਰ ਸਾਹਿਬ ਦਾ ਯੁੱਧ, ਜਿਸ ਦਿਨ 8 ਪੋਹ ਨੂੰ ਸ੍ਰੀ ਚਮਕੌਰ ਸਾਹਿਬ ਜੀ ਦਾ ਯੁੱਧ ਹੋਇਆ। ਇਹ ਸਾਲ ਵਿੱਚ ਸਭ ਤੋਂ ਛੋਟਾ ਦਿਨ ਹੁੰਦਾ ਹੈ, ਸਭ ਤੋਂ ਛੋਟਾ ਦਿਨ। ਦੇਰ ਨਾਲ ਸੂਰਜ ਚੜ੍ਹਦਾ ਹੈ ਤੇ ਬੜੀ ਜਲਦੀ ਹੀ ਡੁੱਬ ਜਾਂਦਾ ਹੈ। ਇੰਨੇ ਛੋਟੇ ਜਿਹੇ ਦਿਨ ਵਿੱਚ ਗੁਰੂ ਦੇਵ ਪੰਥਵਾਲੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਐਡਾ ਵੱਡਾ ਇਤਿਹਾਸ ਰਚਿਆ, ਸਭ ਤੋਂ ਵੱਡਾ ਇਤਿਹਾਸ ਰਚਿਆ। ਸੰਸਾਰ ਦੇ ਅੰਦਰ ਬੜੀਆਂ ਬੜੀਆਂ ਜਾਂਬਾਜ਼ ਕੌਮਾਂ ਨੇ, ਜਿਨ੍ਹਾਂ ਕੋਲ ਆਪਣਾ ਬੜਾ ਬੜਾ ਸ਼ਾਨਾ ਮੱਤਾ ਇਤਿਹਾਸ ਸਾਂਭਿਆ ਹੋਇਆ ਹੈ, ਤੇ ਜਿਹੜੇ ਦੇਸ਼ ਉਹ ਆਜ਼ਾਦੀ ਦਾ ਨਿੱਘ ਵੀ ਮਾਣ ਰਹੇ ਆ, ਕਿਉਂ ਨਾ ਆਪਣਾ ਇਤਿਹਾਸ ਸਾਂਭਣਗੇ। ਪਰ ਕਿਸੇ ਇਤਿਹਾਸ ਵਿੱਚ ਵੀ ਚਮਕੌਰ ਸਾਹਿਬ ਜੈਸਾ ਯੁੱਧ ਨਹੀਂ ਮਿਲਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਅਦੁੱਤੀ ਹੈ। ਗੁਰੂ ਦੇਵ ਦੇ ਸਾਰੇ ਕਾਰਜ ਵੀ ਅਦੁੱਤੀ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੈਸੇ ਜੀਵਨ ਮੁਕਤ ਗੁਰਸਿੱਖਾਂ ਨੂੰ ਇਸ ਸੰਸਾਰ ਦੇ ਅੰਦਰ ਬਖਸ਼ਿਸ਼ਾਂ ਕਰਕੇ ਨਿਵਾਜਿਆ। ਕੋਈ ਤਾਂ 1 ਜਾਂ 2 ਗੁਰਦੁਆਰਾ ਤਾਰਾਗੜ੍ਹ ਸਾਹਿਬ, ਇੱਥੋਂ ਦਾ ਇਤਿਹਾਸ ਹੈ। ਇੱਥੇ 500 ਬ੍ਰਹਮ ਗਿਆਨੀ ਗੁਰੂ ਸਾਹਿਬ ਦੇ ਸਿੰਘ ਰਹਿੰਦੇ ਸੀ, ਤੇ ਉਹਨਾਂ ਦਾ ਪ੍ਰਸ਼ਾਦਾ ਮਹਾਰਾਜ ਜੀ ਆਪ ਲੈ ਕੇ ਜਾਇਆ ਕਰਦੇ ਸੀ। ਸੱਚੇ ਪਾਤਸ਼ਾਹ, ਜੋ 5 ਕਿਲ੍ਹਿਆਂ ਵਿੱਚੋਂ ਇੱਕ ਕਿਲ੍ਹਾ ਹੈ ਪਹਾੜ ਦੀ ਬਾਹੀ ਤੇ, ਬੜਾ ਰਮਣੀਕ ਅਸਥਾਨ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ ਜੁੜਨਾ, ਇਹ ਵੀ ਇੱਕ ਅੰਮ੍ਰਿਤ ਵੇਲੇ ਦੀ ਤਾਜ਼ਗੀ ਵਰਗਾ ਅਹਿਸਾਸ ਹੁੰਦਾ ਹੈ। ਚਾਹੇ ਕਦੋਂ ਜਾਗ ਪਵੇ, ਮਹਾਰਾਜ ਦੀ ਯਾਦ ਵਿੱਚ ਜੁੜ ਜਾਵੇ, ਉਦੋਂ ਹੀ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਜਦੋਂ ਸਾਡਾ ਭੁੱਲਿਆ ਹੋਇਆ ਮਨ ਸਤਿਗੁਰੂ ਜੀ ਦੇ ਪਿਆਰ ਵਿੱਚ ਲੱਗ ਜਾਂਦਾ ਹੈ, ਜਾਣੋ ਉਦੋਂ ਹੀ ਅੰਮ੍ਰਿਤ ਵੇਲਾ ਲੱਗ ਜਾਂਦਾ ਹੈ ਜ਼ਿੰਦਗੀ ਦੇ ਅੰਦਰ। ਮਹਾਰਾਜ ਦੀ ਇਹ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਰੋਜ਼ ਪਾਵਨ ਅਸਥਾਨ 'ਤੇ ਚੱਲਦੀ ਹੈ। ਉਸੇ ਲੜੀ ਦੇ ਮੁਤਾਬਕ ਧਨਾਸਰੀ ਰਾਗ ਵਿੱਚ ਮਹਾਰਾਜ ਜੀ ਦੀ ਜੋ ਸਿੱਖਿਆ ਆ ਰਹੀ ਹੈ, ਆਓ ਮਨ ਇਕਾਗਰ ਕਰਕੇ, ਗਾਫਲ ਨਾ ਹੋਏ ਮਨ ਨਾਲ ਨਹੀਂ ਉਪਦੇਸ਼ ਸੁਣਿਆ ਜਾਂਦਾ। ਸੁਸਤੀ ਵਾਲੇ ਸਰੀਰ ਨਾਲ ਉਪਦੇਸ਼ ਨਹੀਂ ਸੁਣਿਆ ਜਾਂਦਾ। ਜਦੋਂ ਆਪਾਂ ਕਦੇ ਕਦਾਈ ਉੱਠੀਏ ਤੇ ਉਹ ਅਭਿਆਸ ਨਹੀਂ ਨਾ ਪੱਕਿਆ ਹੁੰਦਾ, ਇਸ ਕਰਕੇ ਸਰੀਰ ਦੀ ਕਿਰਿਆ ਵੀ ਨਹੀਂ ਉਸ ਤਰ੍ਹਾਂ ਚੱਲਦੀ, ਤੇ ਤਾਂ ਸੁਸਤੀ ਪੈਣੀ ਸੁਭਾਵਿਕ ਹੁੰਦੀ ਹੈ। ਪਰ ਸਰੀਰ ਦੇ ਅੰਦਰ ਕੁਦਰਤ ਵੱਲੋਂ ਪਾਇਆ ਹੋਇਆ ਇਹ ਨਿਯਮ ਐਸਾ ਹੈ, ਜਦੋਂ ਕਿਸੇ ਚੀਜ਼ ਨੂੰ ਤੁਸੀਂ ਰੋਜ਼-ਰੋਜ਼ ਪਕਾਉਂਦੇ ਆ ਤੇ ਤੁਹਾਡਾ ਸਰੀਰ ਉੱਥੇ ਗਿੱਝ ਜਾਂਦਾ ਹੈ। ਜੇ ਤੁਸੀਂ ਬਾਹਲਾ ਸੌਣ ਦਾ ਸਰੀਰ ਨੂੰ ਸੁਭਾਅ ਪਾ ਲਓ, ਆਦਤ ਪਾ ਲਓ, ਤੇ ਉਹਨਾਂ ਸੌਣ ਨਾਲ ਹੀ ਨੀਂਦ ਪੂਰੀ ਹੁੰਦੀ। ਜੇ ਘੱਟ ਸੌਣ ਦਾ ਸੁਭਾਅ ਪਾ ਲਈਏ, ਸਮੇਂ ਨਾਲ ਉੱਠਣ ਦਾ ਸੁਭਾਅ ਪਾ ਲਈਏ, ਪਹਿਲਾਂ ਔਖਾ ਬਹੁਤ ਹੁੰਦਾ। ਜਦੋਂ ਕਦੀ 10 ਦਿਨ ਵੀ ਨਿਯਮ ਟੁੱਟ ਜੇ ਤਾਂ ਵੀ ਫਿਰ ਉੱਠਣਾ ਔਖਾ ਹੋ ਜਾਂਦਾ। ਪਰ ਜਿਨ੍ਹਾਂ ਨੇ ਰੋਜ਼ ਦਾ ਸੁਭਾਅ ਪਾਇਆ ਹੁੰਦਾ, ਉਹ ਤਾਂ ਕੁਛ ਵੀ ਨਹੀਂ ਉਹਨਾਂ ਨੂੰ ਮਹਿਸੂਸ ਹੁੰਦਾ,
ਸਗੋਂ ਜੇ ਕਿਤੇ 15 ਮਿੰਟ ਵੈਸੇ ਆਲਸ ਨਾਲ ਪੈ ਜਾਣ ਤਾਂ ਵੀ ਸਰੀਰ 'ਚ ਪੀੜਾ ਖੜੀ ਹੋ ਜਾਂਦੀ ਹੈ। ਤੇ ਮਨ ਨੂੰ ਫਿਰ ਬਾਅਦ ਵਿੱਚ ਉਸ 15 ਮਿੰਟ ਵਾਸਤੇ ਵੀ ਕਹਿੰਦੇ ਹੋ ਮਨਾ ਤੂੰ ਕਾਹਨੂੰ ਇਹ 15 ਮਿੰਟ ਖਰਾਬ ਕੀਤੇ, ਨਾਲੇ ਸਰੀਰ ਵਿੱਚ ਐਵੇਂ ਪੀੜਾ ਹੋ ਰਹੀ ਹੈ, ਕਿਉਂਕਿ ਵੱਧ ਸੌਣ ਨਾਲ ਸਿਰ ਪੀੜ ਹੋਣ ਲੱਗ ਜਾਂਦਾ। ਘੱਟ ਸੌਣ ਨਾਲ ਵੀ ਜੇ ਬਹੁਤ ਘੱਟ ਸੌਵੇਂ, ਸ਼ਬਦ ਦੀ ਕਮਾਈ ਨਾ ਕਰੇ ਤੇ ਕੰਮਾਂ ਕਾਰਾਂ ਵਿੱਚ, ਤਾਂ ਵੀ ਇਹਦਾ ਕਾਰਨ ਬਣਦਾ। ਮੇਰਾ ਉਹ ਵਿਸ਼ਾ ਨਹੀਂ, ਪਰ ਜੇ ਸਰੀਰ ਨੂੰ ਗਜਾ ਲਈਏ ਨਾ ਤੇ ਫਿਰ ਸਰੀਰ ਉਸੇ ਤਰ੍ਹਾਂ ਹੀ ਗਿੱਝ ਜਾਂਦਾ ਹੈ। ਅੰਮ੍ਰਿਤ ਵੇਲੇ ਦੇ ਜਦੋਂ ਅਸੀਂ ਆਦੀ ਹੋ ਜਾਂਦੇ ਹਾਂ, ਇਹਦੇ ਕੁਦਰਤੀ ਤੌਰ 'ਤੇ ਵੀ ਵੱਡੇ ਹੀ ਫਲ ਦੱਸੇ, ਤੇ ਗੁਰੂ ਜੀ ਦੇ ਸ਼ਬਦ ਨਾਲ ਜੁੜ ਜਾਵੇ ਤਾਂ ਫਿਰ ਤਾਂ ਮਹਿਮਾ ਹੀ ਕੀ ਕਹਿਣੀ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਇਕਾਗਰ ਚਿੱਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਰਾਗ ਧਨਾਸਰੀ ਵਿੱਚ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਜੀ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜਿਨ ਤੁਮ ਭੇਜੇ ਤਿਨਹਿ ਬੁਲਾਏ। ਸਾਧ ਸੰਗਤ ਜੀ, ਸੰਪਰਦਾ ਵਿੱਚ ਇਹ ਸ਼ਬਦ ਦੀ ਉਥਾਨਕਾ ਹੈ। ਜਦੋਂ ਸ਼੍ਰੀ ਮਾਤਾ ਗੰਗਾ ਜੀ ਧਰਮਵੀਰ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਵਰਦਾਨ ਲੈਣ ਗਏ ਸੀ, ਜਦੋਂ ਪਹਿਲੇ ਦਿਨ ਰੱਥਾਂ 'ਤੇ ਚੜ੍ਹ ਕੇ ਗਏ ਤੇ ਧੂੜ ਉੱਡਦੀ ਵੇਖ ਕੇ ਬਾਬਾ ਬੁੱਢਾ ਸਾਹਿਬ ਨੇ ਪੁੱਛ ਲਿਆ ਸੇਵਾਦਾਰ ਨੂੰ, ਇੰਨੀਆਂ ਟੱਲੀਆਂ ਖੜਕਦੀਆਂ, ਇੰਨਾ ਸ਼ੋਰ ਪੈ ਰਿਹਾ, ਜੰਗਲ ਦੇ ਪੰਛੀ ਉੱਡ ਗਏ ਰੁੱਖਾਂ ਤੋਂ, ਵੀ ਸਿੱਖਾ ਕੌਣ ਆ ਰਿਹਾ? ਤੋ ਅੱਜ ਵੇਖ ਕੇ ਕਿਹਾ ਗੁਰੂ ਕੇ ਮਹਿਲ ਆ ਰਹੇ ਆ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ। ਬ੍ਰਹਮ ਗਿਆਨੀ ਮਹਾਂਪੁਰਖ ਸੁਤੇ ਬਚਨ ਮੁਖ ਤੋਂ ਹੋਇਆ। ਮਾਤਾ ਸਾਹਿਬ ਜੀ ਨੂੰ ਇਸ ਬਚਨ ਦਾ ਪਤਾ ਲੱਗ ਗਿਆ। ਬਾਬਾ ਬੁੱਢਾ ਸਾਹਿਬ ਨੇ ਪਹਿਲੇ ਦਿਨ ਤਾਂ ਫਿਰ ਕੋਈ ਬਚਨ ਨਾ ਸੀ ਕਿਹਾ, ਫਿਰ ਮਹਾਰਾਜ ਜਾਚ ਦੱਸੀ। ਮਾਤਾ ਜੀ ਨਿਮਰਤਾ ਨਾਲ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਉਹ ਪ੍ਰਸਾਦ, ਉਹ ਵਰਦਾਨ ਸ਼੍ਰੀ ਮਾਤਾ ਗੰਗਾ ਜੀ ਨੂੰ ਪ੍ਰਾਪਤ ਹੋਇਆ। ਪੁੱਛਿਆ ਗੁਰੂ ਅਰਜਨ ਸਾਹਿਬ ਜੀ ਨੂੰ ਕਿ ਮਹਾਰਾਜ ਬਾਬਾ ਬੁੱਢਾ ਸਾਹਿਬ ਦਾ ਉਹ ਪਹਿਲੇ ਦਿਨ ਦਾ ਕਿਹਾ ਹੋਇਆ ਬਚਨ। ਮਹਾਰਾਜ ਕਹਿੰਦੇ ਜੇ ਬਾਬਾ ਬੁੱਢਾ ਸਾਹਿਬ ਦਾ ਵਰਦਾਨ ਫਲਦਾ ਨਾ ਤਾਂ ਉਹਨਾਂ ਦਾ ਕਿਹਾ ਹੋਇਆ ਉਹ ਵੀ ਵਾਕ ਫਲੇਗਾ। ਕਿਹਾ ਮਹਾਰਾਜ ਸਾਨੂੰ ਭਾਜਣਾ ਪੈਣਗੀਆਂ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਬਚਨ ਅਸੀਂ ਨਹੀਂ ਟਾਲ ਸਕਦੇ। ਸੁਲਹੀ ਖਾਨ ਦਾ ਚੜ੍ਹ ਕੇ ਆਉਣਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਛੱਡਣਾ। ਗੁਰੂ ਕੀ ਵਡਾਲੀ ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦਗਾਰ ਗੁਰਦੁਆਰਾ ਛੇਹਰਟਾ ਸਾਹਿਬ, ਜਿੱਥੇ ਛੇ ਹਲਟਾ ਮਹਾਰਾਜ ਨੇ ਖੂਹ ਲਵਾਇਆ ਸੀ, ਤੇ ਉਸ ਛੇ ਹਲਟੇ ਖੂਹ ਤੋਂ ਹੀ ਨਾਮ ਛੇਹਰਟਾ ਸਾਹਿਬ ਪਿਆ। ਗੁਰੂ ਕੀ ਵਡਾਲੀ ਜਿੱਥੇ ਧਰਮਵੀਰ ਸਤਿਗੁਰੂ ਜੀ ਦਾ ਆਗਮਨ ਹੋਇਆ। 1 ਸਾਲ ਇੱਥੇ ਗੁਰੂ ਅਰਜਨ ਸਾਹਿਬ ਰਹੇ। ਫਿਰ ਮਹਾਰਾਜ ਅੰਮ੍ਰਿਤਸਰ ਸਾਹਿਬ ਆਏ ਤੇ ਮਹਾਰਾਜ ਜੀ ਨੇ ਫਿਰ 2 ਸਾਲ ਬਾਅਦ ਪਰਿਵਾਰ ਨੂੰ ਜਿਵੇਂ ਸੁਨੇਹਾ ਭੇਜਿਆ ਹੈ, ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਸਤਿਗੁਰਾਂ ਜੀ ਨੇ ਉਚਾਰਨ ਕੀਤਾ। ਇੱਕ ਹੋਰ ਉਥਾਨਕਾ ਵੀ ਇਸ ਸ਼ਬਦ ਨਾਲ ਮਿਲਦੀ ਜੁਲਦੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਨਕਾਣਾ ਸਾਹਿਬ ਜਿਸ ਵਕਤ ਗਏ ਸੀ, ਉਦੋਂ ਪਰਿਵਾਰ ਨੂੰ ਮਹਾਰਾਜ ਜੀ ਨੇ ਮਾਓ ਨਗਰ ਵਿੱਚ, ਜਿੱਥੇ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ, ਸ਼੍ਰੀ ਮਾਤਾ ਗੰਗਾ ਜੀ ਦੇ
ਪੇਕਿਆਂ ਦਾ ਨਗਰ, ਉੱਥੇ ਭੇਜ ਦਿੱਤਾ ਸੀ। ਤੇ ਮਹਾਰਾਜ ਅੰਮ੍ਰਿਤਸਰ ਸਾਹਿਬ ਆ ਕਰਕੇ ਜਿਵੇਂ ਵਾਪਸ ਬੁਲਾਇਆ ਹੈ, ਸਤਿਗੁਰੂ ਜੀ ਇਹ ਸ਼ਬਦ ਉਚਾਰਨ ਕਰਦੇ ਹੈ, ਬਾਹਰੀ ਅਰਥ ਪਹਿਲਾਂ ਸਰਵਣ ਕਰਿਓ, ਫਿਰ ਅੰਤਰੀਵ ਅਰਥ ਜੋ ਮਹਾਰਾਜ ਸਿੱਖਿਆ ਦਿੰਦੇ ਆ ਸਤਿਗੁਰੂ ਜੀ ਸਾਨੂੰ, ਉਹ ਅਰਥ ਫਿਰ ਹੋਣਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਹਜ਼ੂਰ ਫਰਮਾਉਂਦੇ ਹਨ, ਜਿਨ ਤੁਮ ਭੇਜੇ ਤਿਨਹਿ ਬੁਲਾਏ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਜੀ ਨੇ ਤੁਹਾਨੂੰ ਭੇਜਿਆ ਸੀ ਵਡਾਲੀ ਨਗਰ ਅੰਦਰ, ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੇ ਐਸੀ ਕਲਾ ਵਰਤਾ ਦਿੱਤੀ ਕਿ ਸਾਨੂੰ ਫਿਰ ਅੰਮ੍ਰਿਤਸਰ ਸਾਹਿਬ ਬੁਲਾ ਲਿਆ। ਸੰਗਤਾਂ ਨੇ ਮਹਾਰਾਜ ਜੀ ਨੂੰ ਪੁਰਜ਼ੋਰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਪਿਤਾ ਜੀ ਦਾ ਵਸਾਇਆ ਹੋਇਆ ਨਗਰ ਹੈ ਹਜ਼ੂਰ, ਆਪ ਕਿਰਪਾ ਕਰਕੇ ਅੰਮ੍ਰਿਤਸਰ ਸਾਹਿਬ ਆਓ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਸਰੂਪ ਗੁਰੂ ਨਾਨਕ ਸਾਹਿਬ ਜੀ ਸੰਗਤ ਦੇ ਅੰਦਰ ਵਰਤ ਰਹੇ ਹੈ ਤੇ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਨੇ ਸਾਨੂੰ ਬੁਲਾਇਆ ਹੈ। ਸੁਖ ਸਹਿਜ ਸੇਤੀ ਘਰ ਆਓ। ਹੁਣ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਰੂਪੀ ਘਰ ਦੇ ਅੰਦਰ ਸੁਖ ਦੇ ਸ਼ਹਿਤ ਸ਼ਾਂਤੀ ਪੂਰਵਕ ਆਉਣਾ ਕਰੋ। ਤੁਸੀਂ ਵੀ ਇੱਥੇ ਆ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਉਂ ਬੁਲਾਵਾ ਭੇਜਦੇ ਆ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਤੇ ਸ਼ਾਂਤੀ ਪੂਰਵਕ ਜੋ ਆਨੰਦ ਸਰੂਪ ਹੈ, ਮੰਗਲ ਖੁਸ਼ੀਆਂ ਦਾ ਮੂਲ ਮੁੱਢ ਹੈ ਜੋ ਵਾਹਿਗੁਰੂ, ਉਸ ਦੇ ਗੁਣਾਂ ਨੂੰ ਗਾਉਣਾ ਕਰੋ। ਉਸ ਦੇ ਗੁਣ ਸਿੱਖਾਂ ਦੇ ਅੰਦਰ ਪ੍ਰਗਟ ਕਰੋ। ਸਿੱਖਾਂ ਨੂੰ ਗੁਣ ਗਾਉਣ ਦੀ ਸਿੱਖਿਆ ਦੇਵੋ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਿਆਈ ਜਦੋਂ ਸੌਂਪੀ ਹੈ, ਸੱਚੇ ਪਾਤਸ਼ਾਹ ਜੀ ਨੇ ਜਦੋਂ ਹਜ਼ੂਰ ਨੇ ਸ਼ਹਾਦਤ ਦੇਣ ਵਾਸਤੇ ਲਾਹੌਰ ਜਾਣਾ ਸੀ ਤੇ 11 ਦਿਨ ਪਹਿਲਾਂ ਮਹਾਰਾਜ ਜੀ ਨੇ ਗੁਰਿਆਈ ਬਖਸ਼ਿਸ਼ ਕਰ ਦਿੱਤੀ ਸੀ ਗੁਪਤ ਰੂਪ ਵਿੱਚ। ਤੋ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਆਪਣੇ ਇਸ ਘਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਆਓ ਤੇ ਸ਼ਾਂਤੀ ਪੂਰਵਕ ਜਿਹੜੀ ਨਾਮ ਦੀ ਧੁਨ ਹੈ ਉਹ ਸਿੱਖਾਂ ਦੇ ਅੰਦਰ ਪ੍ਰਗਟ ਕਰੋ। ਉਸ ਧੁਨ ਨੂੰ ਆਪਣੇ ਅੰਦਰ ਪ੍ਰਗਟ ਕਰਕੇ ਵਾਹਿਗੁਰੂ ਦੇ ਗੁਣ ਗਾਓ, ਜਿਹਦੇ ਨਾਲ ਸਿੱਖਾਂ ਵਿੱਚ ਸ਼ਾਂਤੀ ਫੈਲੇ, ਸੁੱਖ ਆਵੇ, ਸਹਿਜ ਦੇ ਵਿੱਚ ਗਿਆਨ ਅਰੂੜ ਹੋ ਜਾਣ। ਨਿਹਚਲ ਰਾਜ ਕਮਾਓ। ਤੇ ਇੱਕ ਰਸ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਜਿਹੜਾ ਕਦੇ ਰਾਜ ਡੋਲੇ ਨਾ, ਜਿਹੜਾ ਤਖਤ ਕਦੇ ਹਿੱਲੇ ਨਾ। ਸਾਧ ਸੰਗਤ ਜੀ, ਭਾਵੇਂ ਕਿ ਤੋਪਾਂ ਤੇ ਗੋਲਿਆਂ ਨਾਲ ਤਖਤ ਨੂੰ ਉਡਾਇਆ ਗਿਆ ਸੀ, ਪਰ ਜਿਹੜਾ ਸਿਧਾਂਤ ਰੂਪੀ ਤਖਤ ਗੁਰੂ ਨਾਨਕ ਸਾਹਿਬ ਨੇ ਲਾਇਆ ਨਾ ਸਿੱਖੀ ਦਾ, ਉਹ ਨਹੀਂ ਕਿਸੇ ਬੰਬਾਂ ਤੇ ਗੋਲਿਆਂ ਤੋਂ ਉੱਡਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪ੍ਰਤੱਖ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਜਿਹੜਾ ਨਿਹਚਲ ਇੱਕ ਰਸ ਨਿਸ਼ਕੰਟਕ ਰਾਜ ਹੈ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਗੱਦੀ ਦਾ, ਉਸ ਤਖਤ ਤੇ ਬੈਠ ਕਰਕੇ ਆਪ ਧਰਮ ਦਾ ਰਾਜ ਸਥਾਪਿਤ ਕਰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਸਤਿਗੁਰੂ ਜੀ ਦੀ ਗੁਰਿਆਈ ਗੱਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਦਾ ਸਤਿਗੁਰਾਂ ਜੀ ਨੇ ਪ੍ਰਸਾਦ ਦਿੱਤਾ। ਜ਼ਾਲਮ ਨੂੰ ਜਦੋਂ ਇਸ ਪ੍ਰੇਮ ਨਾਲ ਸਮਝ ਨਹੀਂ ਪਈ, ਸ਼ਾਂਤੀ ਪੂਰਵਕ ਮਹਾਰਾਜ ਸ਼ਹਾਦਤ ਦਿੱਤੀ ਤਤੀ ਤਬੀ ਤੇ ਬੈਠ ਕੇ। ਤੇ ਗੁਰੂਦੇਵ ਨੇ ਫਿਰ ਰਾਜਸੀ ਪ੍ਰਭਾ ਜਿਹੜੀ ਸੀ ਉਹ ਪ੍ਰਗਟ ਕੀਤੀ, ਨਿਸ਼ਾਨ ਤੇ ਧੌਂਸੇ ਕਾਇਮ ਕੀਤੇ ਸੱਚੇ ਪਾਤਸ਼ਾਹ ਨੇ। ਤਖਤ ਦੀ ਰਚਨਾ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਵੀਰ ਆਸਣ ਲਾ ਕੇ ਮਹਾਰਾਜ ਤਖਤ ਤੇ ਸਜਿਆ ਕਰਦੇ। ਢਾਡੀ ਨੱਥੇ ਤੇ ਅਬਦੁੱਲੇ ਨੇ ਫਿਰ ਕਿਹਾ, ਕਿੱਥੇ ਜਹਾਂਗੀਰ ਦੀ ਪੱਗ ਹੈ ਤੇ ਕਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਦੀ ਪਾਵਨ ਦਸਤਾਰ ਹੈ, ਜਿੱਥੇ ਝੂਲ ਰਹੀ ਕਲਗੀ ਸਾਹਿਬ। ਰੀਸ ਨਹੀਂ ਕਰ ਸਕਦੀ ਹਿੰਦੁਸਤਾਨ ਦੇ ਬਾਦਸ਼ਾਹ ਦੀ ਪ੍ਰਭਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਜਸ ਫੈਲਾਇਆ, ਐਸੀ ਧਰਮ ਦੀ ਤੁਝਾ ਮਹਾਰਾਜ ਜੀ ਨੇ ਫਹਿਰਾਈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਨਿਸ਼ਕੰਟਕ ਰਾਜ ਜਿਹੜਾ ਉਹ ਕਮਾਉਣਾ ਕਰੋ।
ਤੁਮ ਘਰ ਆਵੋ ਮੇਰੇ ਮੀਤ। ਚੇਤਨ ਦੀ ਅੰਸ਼ ਹੋਣ ਕਰਕੇ ਮਹਾਰਾਜ ਮਿੱਤਰ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਸਾਡੇ ਮਿੱਤਰ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਆਪਣੇ ਘਰ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਆਉਣਾ ਕਰੋ। ਤੁਮਰੇ ਦੋਖੀ ਹਰ ਆਪ ਨਿਵਾਰੇ। ਹਰੀ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਤੁਹਾਡੇ ਦੋਖੀ ਸੀਗੇ, ਪ੍ਰਿਥੀ ਚੰਦ ਨੇ ਕਿੰਨਾ ਵੈਰ ਕੀਤਾ। ਮਹਾਰਾਜ ਜੀ ਦੇ ਉੱਪਰ ਸੱਪ ਛਡਾਇਆ ਛਪੇਰੇ ਕੋਲੋਂ, ਮਹਾਰਾਜ ਜੀ ਨੇ ਫੜ ਕੇ ਘਸਾ ਕੇ ਹੀ ਮਾਰ ਦਿੱਤਾ। ਉਹ ਦਾਈ ਨੂੰ ਪੈਸੇ ਦਿੱਤੇ, ਅਸਥਣਾ ਨੂੰ ਜ਼ਹਿਰ ਲਾ ਕੇ ਪਿਆਉਣ ਲੱਗੀ, ਥਾਂ ਹੀ ਚੜ੍ਹਾਈ ਕਰ ਗਈ। ਫਿਰ ਖਡਾਵੇ ਨੂੰ 500 ਰੁਪਈਆ ਦਿੱਤਾ, ਮਹਾਰਾਜ ਜੀ ਨੂੰ ਦਹੀਂ ਵਿੱਚ ਜ਼ਹਿਰ ਪਾ ਕੇ ਮਾਰ ਦੇਣ ਲੱਗਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਕਿੰਨੇ ਯਤਨ ਕੀਤੇ ਪ੍ਰਿਥੀ ਚੰਦ ਨੇ। ਫਿਰ ਸੁਲਹੀ ਖਾਨ ਨੂੰ ਚੜ੍ਹਾ ਲਿਆਂਦਾ, ਬੜੇ ਬੜੇ ਇਉਂ ਯਤਨ ਕੀਤੇ। ਸਾਰੇ ਹੀ ਜਿਹੜੇ ਦੋਖੀ ਸੀ ਨਾ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਰੀ ਵਾਹਿਗੁਰੂ ਨੇ ਆਪ ਹੀ ਨਿਵਰਤ ਕਰ ਦਿੱਤੇ। ਸੁਲਹੀ ਖਾਨ ਚੜ੍ਹ ਕੇ ਆਇਆ ਸੀ ਤੇ ਸਿੱਖਾਂ ਨੇ ਜਦੋਂ ਖਬਰਾਂ ਸੁਣੀਆਂ, ਮਹਾਰਾਜ ਨੂੰ ਆਖਿਆ ਸਤਿਗੁਰੂ ਜੀ ਉਹ ਤਾਂ ਬੜਾ ਜ਼ਾਲਮ ਹੈ ਸੈਨਾਪਤੀ। ਮਹਾਰਾਜ ਪ੍ਰਿਥੀ ਚੰਦ ਨੇ ਬੜਾ ਦੈਸ਼ ਦਵੈਸ਼ ਕਮਾਇਆ, ਅਸੀਂ ਵੀ ਕੋਈ ਸ਼ਸਤਰ ਇਕੱਠੇ ਕਰੀਏ, ਕਿਸੇ ਉਮਰਾਵ ਵਜ਼ੀਰ ਨੂੰ ਹੀ ਮਹਾਰਾਜ ਆਪਣੀ ਗੱਲਬਾਤ ਦਸੀਏ, ਅਸੀਂ ਵੀ ਆਪਣਾ ਪੱਖ ਰੱਖੀਏ, ਕੋਈ ਬਾਦਸ਼ਾਹ ਕੋਲ ਚਿੱਠੀ ਹੀ ਭੇਜ ਦਈਏ। ਸਤਿਗੁਰੂ ਗਰੀਬ ਨਵਾਜ ਕਹਿੰਦੇ ਨੇ ਗੁਰਸਿੱਖੋ, ਸਾਡਾ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਮਹਾਰਾਜ ਇਹ ਸੁਲਹੀ ਖਾਨ ਕਿਵੇਂ ਟਲੇਗਾ? ਹਜ਼ੂਰ ਨੇ ਸਿੱਖਾਂ ਦਾ ਭੈ ਦੂਰ ਕਰਨ ਲਈ ਫਿਰ ਬਿਲਾਵਲ ਰਾਗ ਵਿੱਚ ਸ਼ਬਦ ਆਖਿਆ ਸੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਮੂਆ ਹੋਵਾ ਨਾ ਪਾਕ। ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਬਦ ਉਚਾਰਨ ਤੋਂ ਸੁਲਹੀ ਖਾਨ ਉੱਥੇ ਨਾ ਹੀਹਰ ਨਗਰ ਵਿੱਚ ਪ੍ਰਿਥੀ ਚੰਦ ਨਗਰ ਦੀ ਉਸਾਰੀ ਕਰ ਰਿਹਾ ਸੀ। ਪੱਠੇ ਲੱਗੇ ਹੋਏ ਸੀ, ਸ਼ਰਾਬ ਨਾਲ ਰੱਜਾ। ਕਹਿੰਦਾ ਆਓ ਤੁਹਾਨੂੰ ਮੈਂ ਆਪਣੇ ਨਗਰ ਦੀ ਸੈਰ ਕਰਾਵਾਂ। ਫਿਰ ਭੱਠਿਆਂ ਦੇ ਵੱਲ ਲੈ ਗਿਆ ਜਿੱਥੇ ਇੱਟਾਂ ਪੱਕਦੀਆਂ ਸੀ। ਸ਼ਰਾਬ ਦੇ ਨਸ਼ੇ ਵਿੱਚ ਰੱਜਾ ਸੁਲਹੀ ਖਾਨ ਘੋੜਾ ਭੱਠੇ ਦੇ ਉੱਤੇ ਚੜ੍ਹਾ ਦਿੱਤਾ ਤੇ ਜਦੋਂ ਭੱਠੇ ਤੇ ਘੋੜਾ ਚੜ੍ਹਾਇਆ, ਮਘ ਦਾ ਭੱਠਾ ਸੀ, ਘੋੜੇ ਸਮੇਤ ਹੀ ਸੜ ਕੇ ਮਰ ਗਿਆ ਵਿੱਚ ਹੀ। ਮਹਾਰਾਜ ਨੇ ਇਸੇ ਕਰਕੇ ਕਿਹਾ ਕਿਉਂਕਿ ਮੁਸਲਮਾਨ ਸੜ ਕੇ ਮਰਨ ਨੂੰ ਅਪਵਿੱਤਰ ਮੰਨਦੇ, ਤੇ ਮਹਾਰਾਜ ਕਿਹਾ ਸੁਲਹੀ ਮੂਆ ਹੋਵਾ ਨਾਪਾਕ, ਅਪਵਿੱਤਰ ਹੋ ਕੇ ਮਰਿਆ, ਆਪਣੇ ਧਰਮ ਮੁਤਾਬਕ ਗਤੀ ਵੀ ਨਾ ਹੋਈ। ਮਹਾਰਾਜ ਕਹੇ ਤੁਮਰੇ ਦੋਖੀ ਹਰਿ ਆਪ ਨਿਵਾਰੇ, ਜਿਹੜੇ ਤੁਹਾਡੇ ਦੋਖੀ ਹੈ ਸੁਲਹੀ ਖਾਨ ਵਰਗੇ, ਉਹ ਆਪ ਹੀ ਵਾਹਿਗੁਰੂ ਨੇ ਨਿਵਰਤ ਕਰ ਦਿੱਤੇ ਆ। ਅਪਦਾ ਭਈ ਬਤੀਤ, ਜਿਹੜੀ ਅਪਦਾ ਸੀ ਬਿਪਤਾ ਸੀ ਉਹ ਸਾਰੀ ਬਤੀਤ ਹੋ ਗਈ। ਜਿਹੜੇ ਚੜ ਚੜ ਕੇ ਆਉਂਦੇ ਸੀ ਉਹ ਸਾਰੀ ਬਿਪਤਾ ਦੂਰ ਹੋ ਗਈ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਕਰਨਹਾਰ ਵਾਹਿਗੁਰੂ ਨੇ ਆਪ ਜੀ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਜ਼ੂਰ ਤਖਤ ਤੇ ਬੈਠਦੇ ਸੀ, ਜ਼ਾਲਮਾਂ ਦੇ ਦਿਲ ਦਹਿਲਦੇ ਸੀ। 4 ਵੱਡੀਆਂ ਜੰਗਾਂ ਕਰਕੇ ਮਹਾਰਾਜ ਨੇ ਮੂੰਹ ਮੋੜ ਦਿੱਤਾ ਸੀ ਮੁਗਲਿਆ ਸਲਤਨਤ ਦਾ। ਹਿਆ ਨਹੀਂ ਸੀ ਕਰਦਾ ਗੁਰੂ ਘਰ ਵੱਲ ਨੂੰ ਕੋਈ ਚੜ੍ਹਾਈ ਕਰਨ ਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਨਹਾਰ ਪਰਮੇਸ਼ਰ ਨੇ ਤੁਹਾਡਾ ਵੱਡਾ ਪ੍ਰਤਾਪ ਪ੍ਰਗਟ ਕੀਤਾ ਏ। ਨਾਸਨ ਭਾਜਨ ਥਾਕੇ, ਹੁਣ ਨੱਸਣਾ ਭੱਜਣਾ ਇੱਧਰ ਉੱਧਰ ਨੂੰ ਜਾਣਾ ਆਉਣਾ ਥੱਕ ਗਿਆ, ਭਾਵ ਉਸ ਤੋਂ ਰਹਿ ਗਏ ਹਾਂ। ਘਰ ਮੰਗਲ ਵਾਜਹਿ ਨਿਤ ਵਾਜੇ, ਤੁਹਾਡੇ ਇਸ ਘਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਨਿਤਾ ਪ੍ਰਤੀ ਮੰਗਲ ਖੁਸ਼ੀਆਂ ਹੋਣਗੀਆਂ ਤੇ ਖੁਸ਼ੀਆਂ ਦੇ ਸ਼ਾਦਿਆਨੇ ਵੱਜਿਆ ਕਰਨਗੇ ਤੇ ਇੱਥੇ ਸਦਾ ਹੀ ਆਨੰਦ ਦੇ ਉਹ ਵਾਜੇ, ਅੱਠੇ ਪਹਿਰ ਹੀ ਗੁਰਬਾਣੀ ਦੇ ਕੀਰਤਨ ਦੇ ਵਾਜੇ ਸਦਾ ਵੱਜਿਆ ਕਰਨਗੇ। ਆਪਣੇ ਖਸਮ ਨਿਵਾਜੇ, ਆਪਣੇ ਖਸਮ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਨਵਾਜ ਦਿੱਤਾ ਹੈ, ਵਾਹਿਗੁਰੂ ਨੇ ਨਵਾਜ ਦਿੱਤਾ ਹੈ।
ਅਸਥਿਰ ਰਹੋ ਡੋਲਹੁ ਮਤ ਕਬਹੂ। ਪੜ੍ਹਦੇ ਗੁਰ ਕੈ ਬਚਨ ਆਧਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਆਧਾਰ ਆਸਰੇ ਤੇ ਸਦਾ ਅਸਥਿਰ ਰਹੋ, ਨਾਮ ਦੇ ਅੰਦਰ ਕਦੇ ਵੀ ਡੋਲੋ ਨਾ। ਇਹ ਸਤਿਗੁਰੂ ਜੀ ਸਿੱਖਿਆ ਦਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਜਦੋਂ ਮਹਾਰਾਜ ਸ਼ਹੀਦ ਹੋਣ ਵਾਸਤੇ ਲਾਹੌਰ ਤੋਂ ਵਾਹਿਗੁਰੂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਚੱਲੇ ਤਾਂ ਮਹਾਰਾਜ ਨੂੰ ਤੋਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਆਜੂ 11 ਸਾਲ ਦੀ ਸੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਬ੍ਰਹਮ ਗਿਆਨੀ ਗੁਰਸਿੱਖ ਨਾਲ ਨੇ। ਜਦੋਂ ਸਤਿਗੁਰੂ ਜੀ ਨਗਰ ਤੋਂ ਬਾਹਰ ਆ ਗਏ ਖਾਸੀ ਦੂਰ, ਹਜੂਰ ਨੇ ਰੋਕ ਦਿੱਤਾ ਸੰਗਤਾਂ ਨੂੰ ਵੀ ਤੁਸੀਂ ਹੁਣ ਵਾਪਸ ਪਰਤ ਜਾਓ। ਮੱਲੋ ਮੱਲੀ ਸੰਗਤਾਂ ਪਿੱਛੇ ਆਉਣ, ਬਾਬਾ ਬੁੱਢਾ ਸਾਹਿਬ ਜੀ ਵੀ ਪਿੱਛੇ ਹੀ ਤੁਰੇ ਆਉਣ। ਮਹਾਰਾਜ ਫਿਰ ਰੋਕ ਕੇ ਆਖਿਆ, ਬਾਬਾ ਬੁੱਢਾ ਸਾਹਿਬ ਸਾਡਾ ਬਚਨ ਮੰਨ ਕੇ ਹੁਣ ਤੁਸੀਂ ਮੁੜ ਜਾਓ। ਤੋ ਜਦੋਂ ਮਹਾਰਾਜ ਸਾਹਿਬ ਜੀ ਨੇ ਇਹ ਵਾਕ ਕਹੇ, ਬਾਬਾ ਬੁੱਢਾ ਸਾਹਿਬ ਜੀ ਦੋਵੇਂ ਹੱਥ ਜੋੜ ਕੇ ਖਲੋਤੇ ਹੋਏ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਮਹਾਰਾਜ ਜੀ ਨੂੰ ਬੇਨਤੀ ਕਰਦੇ ਹੈ, ਗੁਰੂ ਪਿਤਾ ਜੀ ਸਾਨੂੰ ਕੀ ਆਗਿਆ ਹੈ। ਮਹਾਰਾਜ ਜੀ ਨੇ ਉਸ ਸਮੇਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਾਰਾ ਇਹ ਕਾਰਜ ਤੁਹਾਡੇ ਮੋਢਿਆਂ ਤੇ ਪਾ ਚੱਲੇ ਆ। ਅੰਮ੍ਰਿਤ ਵੇਲੇ ਜਾਗਣਾ, ਮਹਾਰਾਜ ਜੀ ਨੇ ਉਸ ਸਮੇਂ ਵਾਕ ਕਹੇ, ਅੰਮ੍ਰਿਤ ਵੇਲੇ ਜਾਗਣਾ ਤੇ ਨਾਮ ਦੇ ਰਸ ਵਿੱਚ ਸਦਾ ਜੁੜਨਾ। ਇਹੀ ਨਾਮ ਰਸ ਗੁਰਸਿੱਖਾਂ ਨੂੰ ਵਰਤਾਉਣਾ। ਸਾਰੀ ਪਹਿਲਾਂ ਵਾਲੀ ਰੀਤ ਚਲਾਉਣੀ, ਇੱਕ ਨਵੀਂ ਰੀਤ ਸ਼ਸਤਰ ਧਾਰਨ ਕਰਕੇ ਗੁਰਿਆਈ ਤਖਤ ਤੇ ਸਜਣਾ। ਇਹ ਮਹਾਰਾਜ ਜੀ ਨੇ ਆਗਿਆ ਕੀਤੀ। ਫਿਰ ਹਜੂਰ ਨੇ ਆਖਿਆ, ਬਾਬਾ ਬੁੱਢਾ ਸਾਹਿਬ ਦੀ ਆਗਿਆ ਕਦੇ ਭੰਗ ਨਹੀਂ ਕਰਨੀ। ਬਾਬਾ ਬੁੱਢਾ ਸਾਹਿਬ ਦੇ ਹੁਕਮ ਵਿੱਚ ਸਦਾ ਸੀਸ ਝੁਕਾ ਕੇ ਰੱਖਣਾ। ਵੇਖੋ ਐਡੀ ਵੱਡੀ ਵਡਿਆਈ, ਗੁਰਿਆਈ ਤਖਤ ਬਖਸ਼ਿਸ਼ ਕੀਤਾ, ਪਰ ਬਾਬਾ ਬੁੱਢਾ ਸਾਹਿਬ ਜੀ ਦਾ ਕਿੱਡਾ ਵੱਡਾ ਮਾਣ ਮਹਾਰਾਜ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਤਾਂ ਕੀ ਮੋੜਨੀ ਸੀ। ਬਾਬਾ ਬੁੱਢਾ ਸਾਹਿਬ ਜੀ ਦਾ ਇੰਨਾ ਸਤਿਕਾਰ ਕਰਿਆ ਕਰਦੇ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀਵਾਨ ਵਿੱਚ ਆਉਂਦੇ, ਹਜੂਰ ਤਖਤ ਤੋਂ ਉੱਠ ਕੇ ਖਲੋ ਜਾਇਆ ਕਰਦੇ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰਨੀ, ਮਹਾਰਾਜ ਮੈਂ ਤਾਂ ਆਪ ਦਾ ਸਿੱਖਾਂ ਨਿਮਾਣਾ ਜਿਹਾ, ਮੇਰੇ ਵਾਸਤੇ ਆਪ ਤਖਤ ਤੋਂ ਨਾ ਉੱਠਿਆ ਕਰੋ। ਹਜੂਰ ਨੇ ਹੱਸ ਪੈਣਾ, ਮਹਾਰਾਜ ਨੇ ਬੈਠਣ ਲਈ ਕਹਿਣਾ। ਜਦੋਂ ਬੈਠ ਜਾਣਾ ਬਾਬਾ ਬੁੱਢਾ ਸਾਹਿਬ ਨੇ, ਫਿਰ ਸਤਿਗੁਰਾਂ ਜੀ ਨੇ ਬੈਠਣਾ। ਇਤਿਹਾਸ ਕਹਿੰਦਾ ਹੈ ਇੱਕ ਵਾਰੀ ਬਾਬਾ ਬੁੱਢਾ ਸਾਹਿਬ ਦਾ ਸਰੀਰ ਬਹੁਤ ਬਿਰਧ ਸੀਗਾ ਤੇ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਕਿਹਾ ਕਿ ਸਾਡੀ ਪਾਲਕੀ ਸਾਹਿਬ ਲੈ ਕੇ ਜਾਓ ਤੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰੋ ਕਿ ਸਾਡਾ ਦਿਲ ਕਰਦਾ ਤੁਹਾਡੇ ਦਰਸ਼ਨ ਕਰਨ ਨੂੰ, ਤੇ ਪਾਲਕੀ ਸਾਹਿਬ 'ਚ ਬਿਠਾ ਕੇ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ। ਸਤਿਗੁਰੂ ਜੀ ਦੀ ਆਗਿਆ ਮੰਨ ਮਹਾਰਾਜ ਸਾਹਿਬ ਜੀ ਦੀ ਉਸ ਪਾਲਕੀ ਸਾਹਿਬ ਵਿੱਚ ਸੱਜ ਕੇ ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖਾਂ ਉਠਾ ਲਈ ਪਾਲਕੀ ਸਾਹਿਬ ਆ ਰਹੇ ਹੈ। ਆਪਣੇ ਸੇਵਕ ਦਾ ਪ੍ਰਤਾਪ ਦੱਸਣ ਲਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਚਾਦਰੇ ਦੀ ਬੁੱਕਲ ਮਾਰ ਕੇ ਉਸ ਪਾਲਕੀ ਸਾਹਿਬ ਨੂੰ ਮਹਾਰਾਜ ਮੋਢਾ ਲਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਪਾਲਕੀ ਨੂੰ ਮੋਢਾ ਲਾਇਆ, ਉਸੇ ਸਮੇਂ ਪਾਲਕੀ ਤੋਂ ਛਾਲ ਮਾਰ ਕੇ ਬਾਬਾ ਬੁੱਢਾ ਸਾਹਿਬ ਜੀ ਥੱਲੇ ਆ ਗਏ। ਮਹਾਰਾਜ ਦੇ ਚਰਨਾਂ ਤੇ ਪਟੈ ਪਏ, ਸੱਚੇ ਪਾਤਸ਼ਾਹ ਗਰੀਬ ਨਵਾਜ ਇਉਂ ਨਾ ਕਰੋ। ਮਹਾਰਾਜ ਸਤਿਗੁਰੂ ਜੀ ਉਠਾਉਂਦਿਆਂ ਹੋਇਆਂ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਪਾਲਕੀ ਨੂੰ ਮੋਢਾ ਲਾ ਦਿੱਤਾ ਹੈ। ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਤੁਸੀਂ ਪਹਿਲੇ ਸਰੂਪ ਵਿੱਚ ਮੈਨੂੰ ਵਰਦਾਨ ਦਿੱਤਾ ਹੈ ਕਿ ਸਾਡਾ ਸਰੂਪ ਚਾਹੇ ਸਾਰੀ ਕਾਇਨਾਤ ਤੋਂ ਛਿਪ ਜਾਵੇ ਪਰ ਤੁਹਾਡੇ ਕੋਲ ਕਦੇ ਅਸੀਂ ਓਹਲੇ ਨਹੀਂ ਹੋਵਾਂਗੇ। ਮਹਾਰਾਜ ਇਹ ਤੁਹਾਡੇ ਹੀ ਦਿੱਤੇ ਵਰਦਾਨ ਹੈ, ਤੁਹਾਡੀ ਦਿੱਤੀ ਬੁੱਧ ਹੈ, ਤੁਹਾਡੀ ਦਿੱਤੀ ਅਕਲ ਹੈ, ਤੇ ਮੈਨੂੰ ਕਿਉਂ ਨਾ ਪਤਾ ਲੱਗਦਾ। ਇਹ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਹੈ, ਗੁਰ ਕੈ ਬਚਨ ਆਧਾਰ। ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹਨ ਉਹਨਾਂ ਦੇ ਆਧਾਰ ਆਸਰੇ ਤੇ ਅਸਥਿਰ ਰਹੋ, ਡੋਲੋ ਮਤ ਕਬਹੂ। ਸਦਾ ਹੀ ਨਾਮ ਵਿੱਚ ਅਸਥਿਰ ਰਹੋ, ਕਦੇ ਵੀ ਡੋਲਣਾ ਨਹੀਂ।
ਸਤਿਗੁਰੂ ਜੀ ਇਹ ਸਿੱਖਿਆ ਦਿੰਦੇ ਜਾਣੋ, ਸਾਨੂੰ ਸਿੱਖਿਆ ਦਿੰਦੇ ਆ ਗਰੀਬ ਨਵਾਜ ਕਿ ਗੁਰੂ ਜੀ ਦੇ ਬਚਨਾਂ ਦੇ ਆਧਾਰ ਆਸਰੇ ਤੇ ਜਦੋਂ ਨਿਸ਼ਚਾ ਗੁਰੂ ਕੇ ਬਚਨਾਂ ਤੇ ਹੋਵੇ ਤੇ ਫਿਰ ਨਿਸ਼ਚਾ ਰੱਖ ਕੇ ਡੋਮਾ ਡੋਲ ਬਿਰਤੀ ਵਿੱਚ ਫੁਰਨੇ ਆਉਣ, ਕੀ ਹੋਊਗਾ, ਕੀ ਬਣੇਗਾ, ਕਿਸ ਤਰ੍ਹਾਂ ਕਰਾਂਗੇ। ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਫਿਰ ਭਰੋਸਾ ਨਹੀਂ ਹੈ। ਜੇ ਤਾਂ ਭਰੋਸਾ ਹੈ ਫਿਰ ਕਾਹਦਾ ਡੋਲਣਾ, ਫਿਰ ਨਹੀਂ ਡੋਲਣਾ ਚਾਹੀਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਗੁਰੂ ਸਾਹਿਬ ਦੇ ਬਚਨਾਂ ਦਾ ਮਨ ਦੇ ਅੰਦਰ ਐਸਾ ਭਰੋਸਾ ਬਣ ਜਾਵੇ ਕਿ ਸਤਿਗੁਰੂ ਜੀ ਦੇ ਬਚਨਾਂ ਨੂੰ ਅਟੱਲ ਸਮਝੇ। ਹੈ ਵੀ ਅਟੱਲ, ਮਨ ਦਾ ਭਰਮ ਹੁੰਦਾ, ਭਰਮ ਕਰਕੇ ਹੀ ਆਪਾਂ ਡੋਲ ਜਾਂਦੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ, ਸਦਾ ਅਸਥਿਰ ਰਹੋ, ਕਦੇ ਵੀ ਡੋਲੋ ਨਾ। ਗੁਰੂ ਨਾਨਕ ਸਾਹਿਬ ਦੇ ਬਚਨਾਂ ਦਾ ਆਧਾਰ ਆਸਰਾ ਲੈਣਾ ਕਰੋ। ਜੈ ਜੈਕਾਰ ਸਗਲ ਭੂ ਮੰਡਲ। ਤੇ ਤੁਹਾਡੀ ਜੈ ਜੈਕਾਰ ਇਹ ਸਾਰੇ ਭੂ ਮੰਡਲ ਦੇ ਉੱਤੇ, ਜਿਹੜੀ ਗੋਲਾਕਾਰ ਧਰਤੀ ਹੈ ਨਾ, ਇਹ ਸਾਰੀ ਧਰਤੀ ਦੇ ਉੱਤੇ ਆਪ ਜੀ ਦੀ ਜੈ ਜੈਕਾਰ ਹੋਵੇਗੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਗਏ, ਸਤਿਗੁਰੂ ਗਰੀਬ ਨਵਾਜ ਦੀ ਆਉਣ ਦੀ ਖਬਰ ਵਜ਼ੀਰ ਖਾਨ ਨੇ ਜਹਾਂਗੀਰ ਨੂੰ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਦਾ ਜਦੋਂ ਪਤਾ ਲੱਗਿਆ, ਮਹਾਰਾਜ ਨੇ ਦੀਵਾਨ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਭੇਜੀ ਸੀ। ਜਹਾਂਗੀਰ ਇਸ਼ਨਾਨ ਕਰ ਹਟਿਆ ਸੀਗਾ। ਜਦੋਂ ਕੜਾਹ ਪ੍ਰਸ਼ਾਦ ਛਕਿਆ ਨਾ, ਤੇ ਆਪਣੇ ਵਜ਼ੀਰਾਂ ਨੂੰ ਕਹਿੰਦਾ ਹੈ, ਜਿਨ੍ਹਾਂ ਦੀ ਭੇਜੀ ਹੋਈ ਇਹ ਦਾਤ ਇੰਨੀ ਨਿਆਮਤ, ਇੰਨੀ ਇਹ ਸਵਾਦਿਸ਼ਟ ਵਾ, ਉਹਨਾਂ ਦਾ ਦਰਸ਼ਨ ਕਿਹੋ ਜਿਹਾ ਹੋਊਗਾ। ਮਹਾਰਾਜ ਨੂੰ ਬੇਨਤੀ ਕਰੋ, ਸਤਿਗੁਰੂ ਜੀ ਆਪ ਆਓ, ਦਿੱਲੀ ਅੰਦਰ ਪ੍ਰਵੇਸ਼ ਕਰੋ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਐਨ ਤਿਆਰ ਪਰ ਤਿਆਰ ਹੋ ਕੇ ਸਿੱਖ ਸੂਰਮਿਆਂ ਦੀ ਫੌਜ ਸਮੇਤ ਦਿੱਲੀ ਵਿੱਚ ਪ੍ਰਵੇਸ਼ ਕੀਤੇ ਹੈ, ਨਗਾਰਾ ਵੱਜ ਰਿਹਾ, ਧਵਜਾਂ ਫਹਿਰਾ ਰਹੀਆਂ ਨੇ। ਮਹਾਰਾਜ ਸਾਹਿਬ ਦੀ ਸਵਾਰੀ ਆ ਰਹੀ ਹੈ, ਨਕੀਬ ਤੇ ਪਾਟ ਉੱਚੀ ਉੱਚੀ ਦੱਸ ਰਹੇ ਹੈ, ਤੇ ਮੁਸਲਮਾਨ ਲੋਕ ਅਟਾਰੀਆਂ ਤੇ ਚੜ੍ਹ ਚੜ੍ਹ ਕੇ ਵੇਖਣ ਲੱਗ ਪਏ, ਕੌਣ ਜਾ ਰਿਹਾ। ਇੱਕ ਦੂਸਰੇ ਨੂੰ ਕਹਿੰਦੇ ਕਿਸੇ ਦੇਸ਼ ਦੇ ਵੱਡੇ ਬਾਦਸ਼ਾਹ ਲੱਗਦੇ, ਵੱਡਾ ਪ੍ਰਤਾਪ ਹੈ, ਬੜੀ ਨੁਹਾਰ ਹੈ। ਪੁੱਛਦੇ ਹੈ ਕੌਣ ਨੇ, ਦਿੱਲੀ ਦੇ ਸਿੱਖ ਬੜੇ ਫਖਰ ਨਾਲ ਕਹਿੰਦੇ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ, ਸਿੱਖਾਂ ਦੇ 6ਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾ ਰਹੇ ਸੱਚੇ ਪਾਤਸ਼ਾਹ। ਹਜੂਰ ਦਾ ਏਡਾ ਪ੍ਰਤਾਪ ਕਿ ਉੱਥੇ ਦਿੱਲੀ ਦੇ ਅੰਦਰ ਜਿਸ ਚੰਦੂ ਨੇ ਮਹਾਰਾਜ ਨੂੰ ਸ਼ਹੀਦ ਕੀਤਾ ਸੀ, ਉਹਦੀ ਨੱਕ ਵਿੱਚ ਨਕੇਲ ਪਾ ਕੇ ਮਹਾਰਾਜ ਲਾਹੌਰ ਲਿਆਏ ਸੀ ਸੱਚੇ ਪਾਤਸ਼ਾਹ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੈ ਜੈਕਾਰ, ਤੁਹਾਡੀ ਜੈ ਜੈਕਾਰ ਹੋਵੇਗੀ। ਸਗਲ ਭੂ ਮੰਡਲ, ਸਾਰੀ ਧਰਤੀ, ਇਹਦੇ ਮੰਡਲਾਕਾਰ ਜਿਹੜੀ ਧਰਤੀ ਹੈ ਗੋਲਾਕਾਰ, ਇਹਦੇ ਉੱਤੇ ਤੁਹਾਡੇ ਨਾਮ ਦੇ ਡੰਕੇ ਵੱਜਣਗੇ, ਤੁਹਾਡੀ ਜੈ ਜੈਕਾਰ ਹੋਵੇਗੀ। ਆਪਾਂ ਤਾਂ ਵੇਖਦੇ ਹਾਂ ਕਿ ਸ਼ਾਇਦ ਇਸ ਭਾਰਤ ਵਰਸ਼ ਦੇ ਅੰਦਰ ਹੀ ਮਹਾਰਾਜ ਦੀ ਜੈ ਜੈਕਾਰ ਹੁੰਦੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਮਹਾਰਾਜ ਸ਼ਰਧਾ ਦਿੰਦੇ ਆ ਨਾ, ਭੱਟ ਕਹਿੰਦੇ ਹੈ, ਹੇ ਸਤਿਗੁਰੂ ਆਪ ਦਾ ਜੈ ਜੈਕਾਰ ਦਾ ਗਾਇਨ ਤਾਂ ਹਵਾ ਕਰਦੀ ਪਈ ਹੈ, ਤੁਹਾਡੇ ਜੈ ਜੈਕਾਰ ਦਾ ਗਾਇਨ ਤਾਂ ਸੂਰਜ ਚੰਦਰਮਾ ਕਰੀ ਜਾਂਦੇ ਆ। ਇਹ ਚਾਰੇ ਦਿਸ਼ਾਵਾਂ ਮਹਾਰਾਜ ਤੁਹਾਡੇ ਜੈ ਜੈਕਾਰ ਦਾ ਗਾਇਨ ਕਰ ਰਹੀਆਂ ਨੇ। ਉੱਤਰ ਦੱਖਣ ਪੂਬ ਅਰ ਪਸ਼ਚਿਮ ਜੈ ਜੈਕਾਰ ਜਪੰਥ ਨਰਾ, ਸਭ ਆਪ ਦੇ ਨਾਮ ਦੀ ਜੈ ਜੈਕਾਰ ਦੀ ਧੁਨ ਲਾ ਰਹੇ ਹਨ। ਮੁਖ ਉਜਲ ਦਰਬਾਰ। ਤੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਅੰਦਰ ਤੁਹਾਡਾ ਮੁਖ ਸਦਾ ਉਜਲਾ ਹੋਵੇਗਾ। ਜਿਨ੍ਹਾਂ ਗੁਰਸਿੱਖਾਂ ਨੂੰ ਤੁਸੀਂ ਉਪਦੇਸ਼ ਦੇ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਪ੍ਰੇਮ ਲਾਓਗੇ, ਉਹਨਾਂ ਦਾ ਮੁਖ ਸਦਾ ਉਜਲਾ ਹੋਵੇਗਾ। ਜਿਨ ਕੇ ਜੀਅ ਤਿਨੈ ਹੀ ਫੇਰੇ। ਮਹਾਰਾਜ ਕਹਿੰਦੇ, ਜਿਸ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਸਨ, ਸੁਲਹੀ ਖਾਨ ਵਰਗੇ, ਪ੍ਰਿਥੀ ਚੰਦ, ਉਹਨੇ ਹੀ ਸੁਭਾਅ ਫੇਰ ਦਿੱਤੇ। ਫਿਰ ਉਹਨਾਂ ਦੇ ਉਹਨੇ ਹੀ ਫੇਰ ਦਿੱਤੇ, ਉਹਨੇ ਹੀ ਮੋੜ ਦਿੱਤੇ। ਮਰ ਗਿਆ ਸੁਲਹੀ ਖਾਨ ਰਾਹ 'ਚ ਹੀ, ਸਲੱਬੀ ਵੀ ਰਾਹ 'ਚ ਹੀ ਚੜ੍ਹਾਈ ਕਰ ਗਿਆ, ਲੜਾਈ ਪੈ ਗਈ ਪਠਾਣਾਂ ਨਾਲ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਤਿਸ ਪਰਮੇਸ਼ਰ ਨੇ ਫੇਰ ਦਿੱਤੇ। ਬਾਹਰੀ ਅਰਥ ਹਨ, ਸਮਾਂ ਹੋ ਗਿਆ, ਅੰਤਰੀਵ ਅਰਥ ਅੱਜ ਨਹੀਂ ਆਪਾਂ ਕਰ ਸਕਣੇ, ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ।
ਮਹਾਰਾਜ ਕਹਿੰਦੇ ਉਹੋ ਹੀ ਪਰਮੇਸ਼ਰ ਨੇ ਫੇਰ ਦਿੱਤੇ, ਮੋੜ ਦਿੱਤੇ, ਖਤਮ ਕਰ ਦਿੱਤੇ। ਆਪੇ ਭਇਆ ਸਹਾਈ, ਆਪ ਹੀ ਵਾਹਿਗੁਰੂ ਕਿਰਪਾ ਕਰਕੇ ਸਹਾਈ ਹੋਏ। ਅਚਰਜ ਕੀਆ ਕਰਨੈ ਹਾਰੈ, ਕਰਨਹਾਰ ਪਰਮੇਸ਼ਰ ਨੇ ਅਸਚਰਜ ਹੀ ਕਰ ਦਿੱਤਾ। ਹੈਰਾਨੀ ਹੋ ਗਈ ਜਦੋਂ ਗੁਰਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਸੁਣਿਆ ਨਾ ਕਿ ਉਹ ਸੁਲਹੀ ਤਾਂ ਉਹ ਭੱਠੇ 'ਚ ਸੜ ਕੇ ਮਰ ਗਿਆ। ਹੈਰਾਨ ਹੀ ਹੋ ਗਏ ਗੁਰਸਿੱਖ, ਵੇਖੋ ਕਿੱਥੋਂ ਚੜ੍ਹ ਕੇ ਆਇਆ ਸੀ ਤੇ ਕਿੱਥੇ ਹੀ ਮਾਰਿਆ ਗਿਆ। ਉਹ ਜਦੋਂ ਸਤਿਗੁਰੂ ਮਹਾਰਾਜ ਸ੍ਰੀ ਦਸਮ ਗ੍ਰੰਥ ਵਿੱਚ ਲਿਖਦੇ ਆ ਗਰੀਬ ਨਵਾਜ ਕਿ ਜਿਹੜਾ ਸ਼ਹਿਜ਼ਾਦਾ ਬਾਦਸ਼ਾਹ ਦਾ ਜਦੋਂ ਚੜ੍ਹ ਕੇ ਆਇਆ ਨਾ, ਕਹਿੰਦੇ ਇੱਧਰ ਨੂੰ ਪੰਜਾਬ ਦੇਸ਼ ਵੱਲ ਨੂੰ, ਤੇ ਬੜੇ ਬੜੇ ਪਹਾੜੀ ਰਾਜਿਆਂ ਨੂੰ ਲੁੱਟਦਾ ਮਾਰਦਾ, ਸਾਰੀਆਂ ਰਿਆਸਤਾਂ ਨੂੰ ਤੈਸ਼ ਨੈਸ਼ ਕਰਦਾ ਹੋਇਆ ਆਇਆ। ਤੇ ਮਹਾਰਾਜ ਕਹਿੰਦੇ ਸਾਡੇ ਕੋਲ ਵੀ ਖਬਰਾਂ ਆਈਆਂ ਬੜੀਆਂ ਵੀ ਸਾਨੂੰ ਵੀ ਹਮਹਿ ਲੋਕਨ ਅਧਿਕ ਡਰਾਇਓ। ਮਹਾਰਾਜ ਕਹਿੰਦੇ ਸਾਨੂੰ ਵੀ ਲੋਕਾਂ ਨੇ ਬਾਹਲਾ ਹੀ ਡਰਾਇਆ, ਕਿਹਾ ਵੀ ਤੁਸੀਂ ਵੀ ਉਹਦੀ ਸ਼ਰਨ ਪਕੜ ਲਓ, ਨਹੀਂ ਤੇ ਉਹਨੇ ਤੁਹਾਡਾ ਵੀ ਅਨੰਦਪੁਰ ਸਾਹਿਬ ਉਜਾੜ ਦੇਣਾ। ਮਹਾਰਾਜ ਕਹਿੰਦੇ ਅਸੀਂ ਵਾਹਿਗੁਰੂ ਦੇ ਹੁਕਮ ਵਿੱਚ ਭਾਈ ਸਜੇ ਰਹੇ ਤੇ ਆਖਰ ਉਹ ਚੜ੍ਹ ਕੇ ਹੀ ਆ ਗਿਆ। ਜਦੋਂ ਚੜ੍ਹ ਕੇ ਆਇਆ ਤੇ ਨਦੀਓਂ ਪਾਰ ਉਹਨੇ ਡੇਰਾ ਕੀਤਾ। ਇੱਧਰ ਸਤਿਗੁਰਾਂ ਜੀ ਆਗਿਆ ਕੀਤੀ ਸਿੰਘਾਂ ਨੂੰ ਬਈ ਤੁਸੀਂ ਵੀ ਆਪਣਾ ਮੋਰਚਾ ਇੱਧਰ ਲਾ ਦਿਓ। ਸਿੰਘਾਂ ਨੇ ਜਦੋਂ ਰਾਤ ਦੇ ਹਨੇਰੇ ਵਿੱਚ ਅੰਮ੍ਰਿਤ ਵੇਲੇ ਛੱਡੇ ਜਕਾਰੇ ਉੱਥੇ ਜਾ ਕੇ, ਉਹ ਡਰ ਗਏ, ਭੈ ਭੀਤ ਹੋ ਗਏ, ਭੱਜ ਗਏ ਉੱਥੋਂ, ਦਿਨੇ ਹੀ ਨੱਠ ਹੀ ਗਏ। ਮਹਾਰਾਜ ਕਹਿੰਦੇ ਆਏ ਤਾਂ ਚੜ੍ਹ ਕੇ ਸੀਗੇ ਪਰ ਲੜਨ ਦਾ ਹੀਆ ਹੀ ਨਹੀਂ ਪਿਆ, ਹੌਸਲਾ ਹੀ ਨਹੀਂ ਪਿਆ। ਤੇ ਰਸਤੇ ਵਿੱਚ ਹੋਰਨਾਂ ਨਗਰਾਂ ਨੂੰ ਉਜਾੜਦੇ ਹੋਏ ਭੱਜ ਗਏ। ਕਿੱਥੇ ਚੜ੍ਹਾਈ ਕਰਕੇ ਆਏ ਸੀ ਉਸ ਯੁੱਧ ਦਾ ਵੇਰਵਾ ਮਹਾਰਾਜ ਦੱਸਦੇ ਆ ਵੀ ਜਦੋਂ ਅੱਧੀ ਰਾਤ ਨੂੰ ਉਹਨਾਂ ਨੇ ਚੜ੍ਹਾਈ ਕੀਤੀ ਤਾਂ ਸਤਿਗੁਰੂ ਜੀ ਦੇ ਆਰਾਮ ਅਸਥਾਨ ਤੇ ਭਾਈ ਆਲਮ ਸਿੰਘ ਜੀ ਨੇ ਜਾ ਕੇ ਮਹਾਰਾਜ ਨੂੰ ਜਗਾਇਆ। ਮਹਾਰਾਜ ਲਿਖਿਆ ਹਮਹਿ ਆਲਮੈ ਆਨ ਜਗਾਇਓ। ਭਾਈ ਆਲਮ ਸਿੰਘ ਨੇ ਸਾਨੂੰ ਆਣ ਕੇ ਜਗਾਇਆ। ਰੌਲਾ ਪੈਂਦਾ ਅਸੀਂ ਸੁਣਿਆ। ਮਹਾਰਾਜ ਕਹਿੰਦੇ ਸਿੰਘਾਂ ਨੂੰ ਭੇਜ ਦਿੱਤਾ ਤੇ ਉਹ ਸਿੰਘਾਂ ਦੇ ਜਕਾਰੇ ਸੁਣ ਕੇ ਹੀ ਭੱਜ ਗਏ, ਲੜ ਸਕੇ ਹੀ ਨਹੀਂ, ਤਲਵਾਰਾਂ ਖਿੱਚ ਹੀ ਨਹੀਂ ਸਕੇ ਮਿਆਨਾਂ ਵਿੱਚੋਂ। ਵੇਖੋ ਆਏ ਸੀ ਚੜ੍ਹ ਕੇ। ਜਦੋਂ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖੀਏ ਨਾ, ਮਹਾਰਾਜ ਜੀ ਨੇ ਸਾਨੂੰ ਆਗਿਆ ਕੀਤੀ ਹੈ। ਗੁਰੂ ਸਾਹਿਬ ਕਿਹੜਾ ਕਿਸੇ ਦੇਸ਼ ਵਾਸਤੇ ਲੜੇ ਆ, ਕਿਹੜਾ ਕਿਸੇ ਧਰਤੀ ਨੂੰ ਪ੍ਰਾਪਤ ਕਰਨ ਵਾਸਤੇ ਲੜੇ ਆ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਵੈ ਰੱਖਿਆ ਵਾਸਤੇ ਯੁੱਧ ਕੀਤੇ ਤੇ ਨਿਮਾਣਿਆਂ ਤੇ ਨਤਾਣਿਆਂ ਦੀ ਰੱਖਿਆ ਵਾਸਤੇ ਯੁੱਧ ਕੀਤੇ, ਅਣਖ ਤੇ ਗੈਰਤ ਨਾਲ ਜਿਉਣ ਵਾਸਤੇ ਯੁੱਧ ਕੀਤੇ। ਇਸ ਦਸਤਾਰ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਤਿਕਾਰ ਵਾਸਤੇ ਯੁੱਧ ਕੀਤੇ, ਕਿਉਂਕਿ ਆਪਣੇ ਧਰਮ ਅਨੁਸਾਰ ਜੇ ਜੀਵਨ ਜਿਉਣ ਦੀ ਜਿੱਥੇ ਆਗਿਆ ਨਾ ਹੋਵੇ ਉਸ ਨੂੰ ਜ਼ੁਲਮ ਕਿਹਾ ਜਾਂਦਾ ਹੈ। ਉਸ ਜ਼ੁਲਮ ਨੂੰ ਨਾਸ਼ ਕਰਨ ਵਾਸਤੇ ਸਤਿਗੁਰਾਂ ਜੀ ਨੇ ਯੁੱਧ ਕੀਤੇ। ਮਹਾਰਾਜ ਨੇ ਜ਼ਫਰਨਾਮੇ ਵਿੱਚ ਲਿਖਿਆ ਨੌਰੰਗੇ ਨੂੰ ਵੀ ਅਨੰਦਪੁਰ ਸਾਹਿਬ ਕਿਹੜੀ ਕੋਈ ਉਪਜਾਊ ਧਰਤੀ ਸੀ ਜਿਹਦੇ ਕਰਕੇ ਤੂੰ ਸਾਨੂੰ ਉੱਥੋਂ ਕੱਢਣਾ ਚਾਹੁੰਦਾ ਸਾਂ। ਅਸੀਂ ਤਾਂ ਇੱਕ ਪਹਾੜੀ ਦੇ ਉੱਤੇ ਹੀ ਆਸਣ ਲਾਈ ਬੈਠੇ ਸੈ ਨਾ, ਤੇਰਾ ਕੀ ਗਵਾਇਆ ਸੀ? ਦੱਸ ਤੇਰੇ ਰਾਜ ਵਿੱਚ ਕੀ ਨੁਕਸਾਨ ਕੀਤਾ ਸੀ? ਨਰੰਗੇ ਕੋਲ ਕੋਈ ਜਵਾਬ ਥੋੜੋ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਜਿਸ ਪਰਮੇਸ਼ਰ ਨੇ ਪੈਦਾ ਕੀਤੇ ਆ ਨਾ ਇਹ ਜਿਹੜੇ ਜ਼ੁਲਮ ਕਰਨ ਵਾਲੇ, ਤੇ ਜੇ ਵਾਹਿਗੁਰੂ ਵਿੱਚ ਨਿਸ਼ਚਾ ਟਿਕ ਜਾਂਦਾ ਨਾ ਤੇ ਮਹਾਰਾਜ ਕਹਿੰਦੇ ਉਹ ਆਪ ਹੀ ਇਹਨਾਂ ਨੂੰ ਫੇਰ ਦਿੰਦਾ, ਆਪ ਹੀ ਨਿਵਰਤ ਕਰ ਦਿੰਦਾ। ਇਹ ਅਸਚਰਜ ਕਲਾ ਹੀ ਵਰਤਦੀ ਹੈ। ਜਦੋਂ ਫਿਰ ਮਹਾਰਾਜ ਸਿੰਘਾਂ ਨੂੰ ਕਹਿੰਦੇ ਵੀ ਯੁੱਧ ਕਰਕੇ ਨਰੰਗਾ ਮਾਰੀਏ ਕਿ ਕਲਮ ਨਾਲ ਹੀ ਮਾਰ ਦਈਏ। ਸਿੰਘ ਕਹਿੰਦੇ ਮਹਾਰਾਜ ਯੁੱਧ ਤਾਂ ਬੜੇ ਹੋ ਗਏ, ਹੁਣ ਕਲਮ ਨਾਲ ਹੀ ਮਾਰ ਦਿਓ। ਸਤਿਗੁਰੂ ਜੀ ਨੇ ਫਿਰ ਜ਼ਫਰਨਾਮਾ ਲਿਖਿਆ। ਮਹਾਰਾਜ ਦੀ ਉਹ ਫਤਿਹ ਦੀ ਚਿੱਠੀ ਕਹੀ ਜਾਂਦੀ ਹੈ। ਨਰੰਗੇ ਨੇ ਜਦੋਂ ਪੜ੍ਹਦਾ ਸੀ ਨਾ ਤੇ ਉਹਨੂੰ ਆਪਣੇ ਗੁਨਾਹ ਸਾਹਮਣੇ ਆਏ। ਮਹਾਰਾਜ ਨੇ ਆਖਿਆ ਨਰੰਗਿਆ ਤੂੰ ਸੋਚਦਾ ਕਿ ਤੂੰ ਜੌਂ ਦੀ ਰੋਟੀ ਖਾਣਾ ਤਾਂ ਮੁਕਤ ਹੋ ਜਾਏਗਾ। ਆ ਖੋਤੇ ਘੋੜੇ ਸਾਰੇ ਜੌਂ ਹੀ ਖਾਂਦੇ, ਮੁਕਤ ਨਹੀਂ ਹੋਣ ਲੱਗੇ। ਬਹੁਤ ਮਹਾਰਾਜ ਜੀ ਨੇ ਉਹਦੇ ਵਿੱਚ ਖੋਲ ਕੇ ਲਿਖਿਆ। ਆਖਰਕਾਰ ਨਰੰਗਾ ਜਿਹੜਾ ਸੀ ਨਾ, ਜਦੋਂ ਜ਼ਫਰਨਾਮਾ ਪੜ੍ਹਿਆ ਤੇ ਇਹਦੇ ਪ੍ਰਾਣ ਨਹੀਂ ਸੀ ਨਿਕਲਦੇ। ਤੇ ਇਹਦੀ ਲੜਕੀ ਸੀ, ਉਹ ਕੁਝ ਖੁਦਾ ਦੇ ਭੈ ਵਾਲੀ ਸੀ, ਜਿਵਰ ਨਿਸ਼ਾ। ਉਹ ਕਹਿੰਦੀ ਅੱਬੂ ਜਾਨ ਇਹ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਾਮ ਲਿਖੀ ਹੈ ਨਾ, ਇਹ ਕਲਾਮ ਆਪਣੇ ਮੂੰਹ ਤੋਂ ਬੋਲ ਦੇ
ਤੇਰੀ ਜਾਨ ਨਿਕਲ ਜਾਏਗੀ। ਤੇ ਉਹ ਮੂੰਹ ਵੀ ਉਹਦਾ ਠਾਕਿਆ ਹੋਇਆ ਸੀ ਤੇ ਇਸ਼ਾਰੇ ਕਰਦਾ, ਬੋਲਿਆ ਨਹੀਂ ਜਾਂਦਾ ਸੀ। ਫਿਰ ਉਹਨੇ ਉਹਨੂੰ ਕਲਮ ਦਿੱਤੀ, ਇੱਕ ਕਾਗਜ਼ ਦਿੱਤਾ। ਜਿਹੜਾ ਬੰਦਾ ਕੁਝ ਲਿਖਦਾ ਹੈ ਨਾ, ਉਹਦੀ ਸਿਮਰਤੀ ਵਿੱਚ ਉਹ ਚੀਜ਼ ਆਉਂਦੀ ਹੈ। ਫਿਰ ਅਖੀਰ ਤੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੀ ਉਹ ਕਲਾਮ ਲਿਖਣੀ ਪਈ, ਜਿਹੜੀ ਮਹਾਰਾਜ ਜ਼ਫਰਨਾਮੇ ਦੇ ਅਖੀਰ ਵਿੱਚ ਲਿਖੀ ਹੋਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਨਾਲ ਜਾਨ ਨਿਕਲੀ ਸੀ ਉਸਦੀ, ਤਾਂ ਕਰਕੇ ਜ਼ਫਰਨਾਮੇ ਨੂੰ ਫਤਿਹ ਦੀ ਚਿੱਠੀ ਕਹਿੰਦੇ ਆ। ਇਹ ਮਹਾਰਾਜ ਅਸਚਰਜੀ ਕਲਾ ਵਰਤਾਈ ਸੀ ਸੱਚੇ ਪਾਤਸ਼ਾਹ ਨੇ। ਤੋ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਅਚਰਜ ਕੀਆ ਕਰਨੈ ਹਾਰੈ। ਕਰਨਹਾਰ ਪਰਮੇਸ਼ਰ ਨੇ ਅਸਚਰਜੀ ਕਲਾ ਵਰਤਾਤੀ। ਰਾਹ 'ਚ ਹੀ ਸਲੱਬੀ ਮਰ ਗਿਆ, ਰਾਹ 'ਚ ਹੀ ਸੁਲਹੀ ਖਾਨ ਮਰ ਗਿਆ, ਪ੍ਰਿਥੀ ਚੰਦ ਵੀ ਨਿਵਰਤੀ ਹੋ ਗਿਆ। ਸ਼ਰਮਿੰਦਾ ਹੋਇਆ ਜਦੋਂ ਪਤਾ ਲੱਗ ਗਿਆ ਨਾ ਸਾਰੇ ਅੰਮ੍ਰਿਤਸਰ ਸਾਹਿਬ ਦੇ ਅੰਦਰ। ਬ੍ਰਾਹਮਣ ਨੇ ਦੱਸਤਾ ਵੀ ਮੈਨੂੰ ਪ੍ਰਿਥੀ ਚੰਦ ਨੇ 500 ਰੁਪਈਆ ਦਿੱਤਾ ਸੀ ਜ਼ਹਿਰ ਦੇਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਹੁਣ ਮਹਾਰਾਜ ਦੇ ਸਾਹਮਣੇ ਭਰੀ ਸੰਗਤ ਵਿੱਚ ਬ੍ਰਾਹਮਣ ਵਗ ਪਿਆ ਤੇ ਪ੍ਰਿਥੀ ਚੰਦ ਨੂੰ ਬੜੀ ਨਮੋਸ਼ੀ ਹੋਈ। ਅਸਚਰਜੀ ਕਲਾ ਵਰਤ ਗਈ, ਸਾਰਿਆਂ 'ਚ ਹੀ ਪ੍ਰਗਟ ਹੋ ਗਿਆ। ਮਹਾਰਾਜ ਕਹਿੰਦੇ, ਪ੍ਰਿਥੀ ਚੰਦ ਜੀ ਤੁਸੀਂ ਵੱਡੇ ਭਰਾਤਾ ਹੋ, ਨਾ ਜਾਓ, ਅੰਮ੍ਰਿਤਸਰ ਸਾਹਿਬ ਰਹੋ। ਪਰ ਸ਼ਰਮਿੰਦਗੀ ਨਾਲ ਹੀ ਅੰਮ੍ਰਿਤਸਰ ਸਾਹਿਬ ਛੱਡ ਗਿਆ। ਮਹਾਰਾਜ ਕਹਿੰਦੇ, ਕਰਨਹਾਰ ਪਰਮੇਸ਼ਰ ਨੇ ਅਸਚਰਜੀ ਕਲਾ ਵਰਤਾ ਦਿੱਤੀ। ਨਾਨਕ ਸੱਚ ਵਡਿਆਈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਸੱਚੇ ਨਾਮ ਦੀ ਵਡਿਆਈ ਹੈ, ਸਦਾ ਸੱਚ ਪਰਮੇਸ਼ਰ ਦੀ ਵਡਿਆਈ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ, ਭਾਈ ਇਹ ਕਿਸੇ ਮਨੁੱਖ ਤੋਂ ਨਹੀਂ ਕੁਝ ਪ੍ਰਾਪਤ ਹੁੰਦਾ, ਸੱਚੇ ਵਾਹਿਗੁਰੂ ਦੀਆਂ ਇਹ ਵਡਿਆਈਆਂ ਨੇ ਕਿ ਆਪਣੇ ਸੇਵਕਾਂ ਨੂੰ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ। ਜਿਹੜਾ ਕੋਈ ਗੁਰੂ ਜੀ ਦੇ ਸੇਵਕ ਦਾ, ਸਿੱਖ ਦਾ ਬੁਰਾ ਸੋਚਦਾ ਵੀ ਹੈ ਨਾ, ਉਹਦਾ ਵੀ ਵਾਹਿਗੁਰੂ ਜੀ ਸਰਬਨਾਸ਼ ਕਰ ਦਿੰਦੇ, ਉਹਦਾ ਭਲਾ ਨਹੀਂ ਕਦੇ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਚ ਪਰਮੇਸ਼ਰ ਦੀ ਇਹ ਵਡਿਆਈ ਹੈ ਕਿ ਆਪਣੇ ਸੇਵਕਾਂ ਦੀ ਵਾਹਿਗੁਰੂ ਰੱਖਿਆ ਕਰਦੇ ਆ, ਅਸਚਰਜੀ ਕਲਾ ਵਰਤਾ ਦਿੰਦੇ ਆ। ਤੇ ਕੱਲ ਨੂੰ ਇਸੇ ਸ਼ਬਦ ਦੇ ਅੰਤਰੀ ਵਰਤ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜਿਨ ਕੇ ਜੀਅ ਤਿਨੈ ਹੀ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।